ओम शांति। आज 4/6/2023 की वाणी है। आज बाप दादा का अव्यक्त रिवाइज कोर्स की तारीख 31/12/1994। आज बाप दादा ने टाइटल दिया, नਵੇਂ ਬਰੇ ਨੂੰ शुभ भावना गुण स्वरूप ਬਰੇ ਦੇ रूप ਵਿੱਚ ਮਨਾਓ। ਨਵੇਂ ਬਰੇ ਨੂੰ शुभ भावना गुण स्वरूप ਬਰੇ ਦੇ रूप ਵਿੱਚ ਮਨਾਓ। ਅੱਜ ਬਾਪ ਦਾਦਾ ਆਖਦੇ ਨੇ, ਅੱਜ ਨਵਯੁਗ ਰਚਤਾ ਬਾਪ ਦਾਦਾ ਆਪਣੇ ਨਵਯੁਗ ਰਾਜ ਅਧਿਕਾਰੀ ਬੱਚਿਆਂ ਨੂੰ ਵੇਖ ਰਹੇ ਹੈ। ਨਵੇਂ ਬਰੇ ਨੂੰ ਵੇਖ ਆਪਣਾ ਨਵਯੁਗ ਯਾਦ ਆਉਂਦਾ ਹੈ। ਨਵਯੁਗ ਦੇ ਅੱਗੇ ਇਹ ਵਰਾ, ਨਵਾਂ ਵਰਾ ਕੋਈ ਵੱਡੀ ਗੱਲ ਨਹੀਂ। ਜਿਸ ਨਵਯੁਗ ਵਿੱਚ ਹਰ ਚੀਜ਼, ਹਰ ਵਿਅਕਤੀ, ਪ੍ਰਕਿਰਤੀ ਸਭ ਨਵਾਂ ਹੈ। ਨਵਾਂ ਬਰਾ ਜਦੋਂ ਸ਼ੁਰੂ ਹੁੰਦਾ ਹੈ ਤਾਂ ਪੁਰਾਣੀ ਚੀਜ਼ ਜਾਂ ਵਿਅਕਤੀ ਦੇ ਪੁਰਾਣੇ ਸੁਭਾਅ, ਸੰਸਕਾਰ, ਚਾਲ ਚਲਨ ਕੁਝ ਨਵੇਂ ਹੁੰਦੇ ਹੈ, ਕੁਝ ਪੁਰਾਣੇ ਹੁੰਦੇ ਹੈ। ਲੇਕਿਨ ਤੁਹਾਡੇ ਨਵਯੁਗ ਵਿੱਚ ਪੁਰਾਣੇ ਦਾ ਨਾਮ ਨਿਸ਼ਾਨ ਨਹੀਂ। ਵਿਅਕਤੀ ਵੀ ਨਵਾਂ ਮਤਲਬ ਸਤੋ ਪ੍ਰਧਾਨ ਅਤੇ ਪ੍ਰਕਿਰਤੀ ਵੀ ਸਤੋ ਪ੍ਰਧਾਨ ਮਤਲਬ ਨਵੀਂ ਹੈ। ਪ੍ਰਕਿਰਤੀ ਵਿੱਚ ਵੀ ਅੱਜ ਕੱਲ੍ਹ ਜਿਹਾ ਪੁਰਾਣਾਪਨ ਨਹੀਂ ਹੋਵੇਗਾ। ਤਾਂ ਨਵਯੁਗ ਦੀ ਮੁਬਾਰਕ ਦੇ ਨਾਲ ਨਵੇਂ ਬਰੇ ਦੀ ਮੁਬਾਰਕ। ਅੱਜ ਵਿਸ਼ੇਸ਼ ਨਵਾਂ ਬਰਾ ਮਨਾਉਣ ਦੇ ਉਮੰਗ ਉਤਸ਼ਾਹ ਨਾਲ ਖੁਸ਼ੀ ਨਾਲ ਸਭ ਪੁੱਜ ਗਏ ਹੈ। ਤਾਂ ਬਾਪ ਦਾਦਾ ਦੀ ਦਿਲ ਦੀਆਂ ਦੁਆਵਾਂ ਸਮੇਤ ਨਵੇਂ ਯੁੱਗ ਦੀ ਅਤੇ ਨਵੇਂ ਬਰੇ ਦੀ ਡਬਲ ਮੁਬਾਰਕ ਦਿੰਦੇ ਹੈ। ਤੁਹਾਨੂੰ ਸਾਰਿਆਂ ਨੂੰ ਵੀ ਡਬਲ ਯਾਦ ਹੈ ਜਾਂ ਸਿੰਗਲ ਯਾਦ ਹੈ। ਆਪਣਾ ਨਵਾਂ ਯੁੱਗ ਨੈਣਾਂ ਦੇ ਅੱਗੇ ਬੁੱਧੀ ਵਿੱਚ ਸਪਸ਼ਟ ਹੈ ਨਾ। ਜਿਵੇਂ ਕਹਾਂਗੇ ਕੱਲ ਤੋਂ ਨਵਾਂ ਬਰਾ ਸ਼ੁਰੂ ਹੈ, ਇਵੇਂ ਹੀ ਕਹਾਂਗੇ ਕੱਲ ਨਵਯੁਗ ਆਇਆ ਕਿ ਆਇਆ। ਇਤਨਾ ਸਪਸ਼ਟ ਹੈ, ਨਸ਼ਾ ਹੈ। ਸਭ ਨਵਯੁਗ ਦੇ ਰਾਜ ਅਧਿਕਾਰੀ ਹੋ। ਸਾਰੇ ਰਾਜੇ ਬਣेंगे ਤਾਂ ਪ੍ਰਜਾ ਬਣਾਈ ਹੈ। ਤੁਸੀਂ ਸਭ ਦੇ ਰਾਜੇ ਹੋ, ਲੇਕਿਨ ਰਾਜ ਕਿਸ ਤੇ ਕਰੋਗੇ? ਆਪਣੇ ਉੱਪਰ। ਤਾਂ ਬਾਪ ਦਾਦਾ ਨਵਯੁਗ ਅਤੇ ਨਵਾਂ ਬਰਾ ਡਬਲ ਵੇਖ ਰਹੇ ਹੈ। ਕੱਲ ਦੀ ਗੱਲ ਹੈ ਨਾ, ਉਹ ਵੀ ਕੱਲ ਅਤੇ ਇਹ ਵੀ ਕੱਲ ਦੀ ਗੱਲ ਹੈ। ਫਿਰ ਨਵਯੁਗ ਹੋਵੇਗਾ ਨਾ। ਆਪਣੇ ਨਵਯੁਗ ਦੀ ਡਰੈਸ ਮਨਾ ਸਰੀਰ ਸਾਹਮਣੇ ਵਿਖਾਈ ਦਿੰਦੀ ਹੈ। ਬਸ ਪੁਰਾਣੀ ਡਰੈਸ ਛੋੜੋਗੇ ਅਤੇ ਫਿਰ ਨਈ ਡਰੈਸ ਧਾਰਨ ਕਰੋਗੇ ਤਾਂ ਉਹ ਡਰੈਸ ਚੰਗੀ, ਚਮਕੀਲੀ, ਸੁੰਦਰ ਹੈ ਨਾ। ਹੁਣ ਤਾਂ ਵੇਖੋ ਹਰ ਵਿਅਕਤੀ ਵਿੱਚ ਕੋਈ ਨਾ ਕੋਈ ਨੁਕਸ ਹੋਵੇਗਾ। ਕਿਸੇ ਦੀ ਨੱਕ ਟੇਢੀ ਹੋਵੇਗੀ, ਕਿਸੇ ਦੀ ਅੱਖ ਟੇਢੀ ਹੋਵੇਗੀ, ਕਿਸੇ ਦੇ ਹੋਂਠ ਅਜਿਹੇ ਹੋਣਗੇ। ਅਤੇ ਨਵਯੁਗ ਵਿੱਚ ਸਭ ਨੰਬਰ 1 ਹਰ ਕਰਮੇਂਦਰੀ ਐਕੂਰੇਟ। ਤਾਂ ਅਜਿਹੀ ਡਰੈਸ ਸਾਹਮਣੇ ਖੁੱਟੀ ਤੇ ਲੱਗੀ ਹੋਈ ਹੈ ਨਾ। ਬਸ ਪਾਣੀ ਹੈ। ਆਪਣੀ ਡਰੈਸ ਚੰਗੀ ਪਸੰਦ ਹੈ, ਵੇਖ ਰਹੇ ਹੋ ਨਾ। ਬਾਪ ਦਾਦਾ ਸਦਾ ਜਦ ਹਰ ਇੱਕ ਬੱਚੇ ਨੂੰ ਵੇਖਦੇ ਹੈ ਤਾਂ ਕੀ ਵੇਖਦੇ ਹੈ? ਇੱਕ ਤਾਂ ਹਰ ਇੱਕ ਦੇ ਮਸਤਕ ਦੀ ਚਮਕਦੀ ਹੋਈ ਮਣੀ ਸ੍ਰੇਸ਼ਟ ਆਤਮਾ ਨੂੰ ਵੇਖਦੇ ਹੈ ਅਤੇ ਨਾਲ ਹਰ ਇੱਕ ਬੱਚੇ ਦੇ ਭਾਗ ਦੀ ਸ੍ਰੇਸ਼ਟ ਲਕੀਰ ਨੂੰ ਵੇਖਦੇ ਹੈ। ਹਰ ਇੱਕ ਦਾ ਭਾਗ ਕਿੰਨਾ ਸ੍ਰੇਸ਼ਟ ਹੈ। ਸਭ ਦਾ ਭਾਗ ਸ੍ਰੇਸ਼ਟ ਹੈ ਨਾ। ਕਿ ਕਿਸੇ ਦਾ ਮੱਧ ਵੀ ਹੈ, ਸਾਰੇ 1 ਹੈ, ਸੈਕਿੰਡ, ਥਰਡ ਹੋਰ ਆਉਣ ਵਾਲੇ ਹੈ, ਚੰਗਾ ਹੈ। ਦੁਨੀਆ ਵਾਲੇ ਕਹਿੰਦੇ ਹੈ ਤੁਹਾਡੇ ਮੂੰਹ ਵਿੱਚ ਗੁਲਾਬ ਅਤੇ ਬਾਪ ਦਾਦਾ ਕਹਿੰਦੇ ਹੈ ਤੁਹਾਡੇ ਮੂੰਹ ਵਿੱਚ ਗੁਲਾਬ ਜਾਮਣ। ਗੁਲਾਬ ਜਾਮਣ ਸਭ ਨੂੰ ਬਹੁਤ ਚੰਗਾ ਲੱਗਦਾ ਹੈ ਨਾ। ਗੁਲਾਬ ਜਾਮਣ ਜਾਂ ਮਿਠਾਈ ਖਾਣ ਦੇ ਲਈ ਹੀ ਬਾਪ ਦਾਦਾ ਨੇ ਹਰ ਗੁਰੂਵਾਰ ਭੋਗ ਦਾ ਰੱਖਿਆ ਹੈ। ਭੋਗ ਵਿੱਚ ਖੁਦ ਵੀ ਖਾਂਦੇ ਹੈ ਅਤੇ ਬਾਪ ਦਾਦਾ ਨੂੰ ਵੀ ਸਵੀਕਾਰ ਕਰਵਾਉਂਦੇ ਹੈ। ਘਰ ਵਿੱਚ ਬਣਾਓ ਨਹੀਂ ਬਣਾਓ, ਲੇਕਿਨ ਗੁਰੂਵਾਰ ਨੂੰ ਤਾਂ ਮਿੱਠਾ ਮਿਲੇਗਾ ਨਾ। ਅਤੇ ਜਦੋਂ ਕਦੇ ਖੁਸ਼ੀ ਦਾ ਉਤਸ਼ਾਹ ਹੁੰਦਾ ਹੈ ਤਾਂ ਮੂੰਹ ਹੀ ਮਿੱਠਾ ਕਰਵਾਉਂਦੇ ਹੈ। ਮਿੱਠਾ ਮੂੰਹ ਮਤਲਬ ਮਿੱਠਾ ਮੁਖੜਾ। ਮੂੰਹ ਮਿੱਠਾ ਤਾਂ ਸਭ ਕਰਦੇ ਹੈ, ਲੇਕਿਨ ਤੁਸੀਂ ਸਭ ਦਾ ਮੂੰਹ ਵੀ ਮਿੱਠਾ ਹੈ ਤਾਂ ਮੁਖੜਾ ਮਾਨਾ ਫੇਸ ਵੀ ਮਿੱਠਾ ਹੈ ਜਾਂ ਥੋੜਾ ਕੜਵਾ ਵੀ ਹੈ। ਜੇਕਰ ਇੱਕ ਲਕੀਰ ਵੀ ਕੜਵੇ ਦੀ ਹੋਵੇ ਤਾਂ ਅੱਜ ਬਰੇ ਨੂੰ ਵਿਦਾਈ ਦੇਣ ਦੇ ਨਾਲ ਇਸ ਥੋੜੇ ਜਿਹੇ ਕੜਵੇਪਨ ਨੂੰ ਵੀ ਵਿਦਾਈ ਦੇਣਾ ਆਉਂਦਾ ਹੈ ਕਿ ਕੋਲ ਰੱਖਣਾ ਚੰਗਾ ਲੱਗਦਾ ਹੈ। ਜਾਂ ਵਿਦਾਈ ਦੇ ਕੇ ਫਿਰ ਬੁਲਾ ਲਵੋਗੇ, ਫਿਰ ਕਹਿਣਗੇ ਅਸੀਂ ਤਾਂ ਛੱਡਣਾ ਚਾਹੁੰਦੇ ਹਾਂ ਲੇਕਿਨ ਮਾਇਆ ਨਹੀਂ ਛੱਡਦੀ ਹੈ।
ਇਵੇਂ ਤੇ ਨਹੀਂ ਕਹੋਗੇ ਕਿ ਅਸੀਂ ਛੱਡ ਦਿੱਤਾ ਪਰ ਮਾਇਆ ਆ ਗਈ। ਉੱਥੇ ਜਾ ਕੇ ਫਿਰ ਅਜਿਹੇ ਪੱਤਰ ਲਿਖੋਗੇ, ਵਿਦਾਈ ਤਾਂ ਸਦਾ ਕਾਲ ਦੇ ਲਈ ਵਿਦਾਈ। ਵਿਦਾਈ ਦੇਣ ਦਾ ਅਰਥ ਹੀ ਹੈ ਫਿਰ ਆਉਣਾ ਨਹੀਂ ਦੇਣਾ, ਜਾਂ ਕਦੇ ਕਦੇ ਆ ਜਾਵੇ ਤਾਂ ਕੋਈ ਹਰਜਾ ਨਹੀਂ, ਕਿਉਂਕਿ ਪੁਰਾਣੇ ਸੰਸਕਾਰ ਕਈਆਂ ਨੂੰ ਬਹੁਤ ਚੰਗੇ ਲੱਗਦੇ ਹੈ। ਅੱਜ ਕਹਿਣਗੇ ਕੱਲ ਤੋਂ ਨਹੀਂ ਹੋਵੇਗਾ ਤਾਂ ਫਿਰ ਪਰਸੋਂ ਪਰਵਸ਼ ਹੋ ਜਾਣਗੇ, ਤਾਂ ਉਸ ਨੂੰ ਵਿਦਾਈ ਨਹੀਂ ਕਹਾਂਗੇ ਨਾ। ਤਾਂ ਵਿਦਾਈ ਦੇਣਾ ਵੀ ਸਿੱਖੋ। ਵਰੇ ਨੂੰ ਵਿਦਾਈ ਦੇਣਾ ਤਾਂ ਕਾਮਨ ਗੱਲ ਹੈ, ਲੇਕਿਨ ਤੁਸੀਂ ਸਭ ਨੂੰ ਅੰਸ਼ ਵੰਸ਼ ਸਹਿਤ ਮਾਇਆ ਨੂੰ ਵਿਦਾਈ ਦੇਣਾ ਹੈ। ਅੰਸ਼ ਮਾਤਰ ਵੀ ਨਾ ਰਹੇ। ਕਈ ਬੱਚੇ ਕਹਿੰਦੇ ਹੈ 75% ਤੇ ਫਰਕ ਪੈ ਗਿਆ ਹੈ, ਹੋਰ ਵੀ ਪੈ ਜਾਵੇਗਾ, ਲੇਕਿਨ ਮਾਇਆ ਅੰਸ਼ ਤੋਂ ਵੰਸ਼ ਬਹੁਤ ਜਲਦੀ ਪੈਦਾ ਕਰਦੀ ਹੈ। 25% ਅੰਸ਼ ਮਾਤਰ ਵੀ ਰਿਹਾ ਤਾਂ 25 ਤੋਂ 50 ਤੱਕ ਵੀ ਬਹੁਤ ਜਲਦੀ ਪਹੁੰਚ ਸਕਦਾ ਹੈ। ਇਸ ਲਈ ਅੰਸ਼ ਸਮੇਤ ਖਤਮ ਕਰਨਾ ਹੈ। ਤਾਂ ਨਵੇਂ ਵਰੇ ਵਿੱਚ ਕੀ ਕਰੋਗੇ? ਪੁਰਾਣੇ ਵਰੇ ਨੂੰ ਵਿਦਾਈ ਦੇਣ ਦੇ ਨਾਲ ਨਾਲ ਮਾਇਆ ਦੇ ਅੰਸ਼ ਨੂੰ ਵੀ ਵਿਦਾਈ ਦੇਣਾ, ਅਤੇ ਵਿਦਾਈ ਦੇ ਨਾਲ ਵਧਾਈ ਵੀ ਦਿੰਦੇ ਹੋ ਨਾ। ਕੱਲ ਸਾਰੇ ਇਹ ਇੱਕ ਦੂਜੇ ਨੂੰ ਮਿਲਣਗੇ ਤਾਂ ਕਹਿਣਗੇ ਨਵੇਂ ਵਰੇ ਦੀ ਮੁਬਾਰਕ ਹੋਵੇ, ਵਧਾਈ ਹੋਵੇ। ਤਾਂ ਵਿਦਾਈ ਦੀ ਅਤੇ ਵਿਦਾਈ ਦੇ ਨਾਲ ਨਾਲ ਆਪਣੇ ਨੂੰ ਵੀ ਅਤੇ ਦੂਜਿਆਂ ਨੂੰ ਵੀ ਸਦਾ ਫਸਟ ਸਵਰੂਪ ਦੀ ਵਧਾਈ ਦਿਓ। ਹੈ ਹੀ ਫਰਿਸ਼ਤਾ, ਉੱਪਰ ਤੋਂ ਹੇਠਾਂ ਆਏ, ਆਪਣਾ ਕੰਮ ਕੀਤਾ ਅਤੇ ਉੜਿਆ। ਫਰਿਸ਼ਤੇ ਇਹ ਹੀ ਕਹਿੰਦੇ ਹੈ ਨਾ, ਉੜਦੀ ਕਲਾ ਦੀ ਨਿਸ਼ਾਨੀ ਖੰਭ ਦਿਖਾਏ ਹੈ। ਕੋਈ ਆਰਟੀਫਿਸ਼ਲ ਖੰਭ ਨਹੀਂ ਹੈ, ਲੇਕਿਨ ਇਹ ਫਰਿਸ਼ਤਿਆਂ ਨੂੰ ਜੋ ਖੰਭ ਵਿਖਾਉਂਦੇ ਹੈ ਉਸ ਦਾ ਅਰਥ ਹੈ ਫਰਿਸ਼ਤਾ, ਮਤਲਬ ਉੜਦੀ ਕਲਾ ਵਾਲੇ। ਤਾਂ ਫਰਿਸ਼ਤੇ ਸਵਰੂਪ ਦੀ ਵਧਾਈ ਖੁਦ ਨੂੰ ਵੀ ਦਵੋ ਅਤੇ ਦੂਜਿਆਂ ਨੂੰ ਵੀ ਦਵੋ। ਸਦਾ ਫਰਿਸ਼ਤੇ ਸਵਰੂਪ ਦੀ ਸਮ੍ਰਿਤੀ ਵਿੱਚ ਵੀ ਰਹੋ ਅਤੇ ਦੂਜਿਆਂ ਨੂੰ ਵੀ ਉਸੇ ਸਵਰੂਪ ਵਿੱਚ ਵੇਖੋ। ਫਲਾਨੀ ਹੈ, ਫਲਾਨਾ ਹੈ, ਨਹੀਂ, ਫਰਿਸ਼ਤਾ ਹੈ। ਇਹ ਫਰਿਸ਼ਤਾ ਸੁਨੇਹ ਦਾ ਦੇਣ ਦੇ ਨਿਮਿਤ ਹੈ। ਸਮਝਾ? ਤਾਂ ਸਾਰਿਆਂ ਨੂੰ ਫਰਿਸ਼ਤਾ ਸਵਰੂਪ ਦੀ ਮੁਬਾਰਕ ਦਿਓ, ਭਾਵੇਂ ਕੋਈ ਕਿਵੇਂ ਦਾ ਵੀ ਹੋਵੇ, ਲੇਕਿਨ ਦ੍ਰਿਸ਼ਟੀ ਨਾਲ ਸ੍ਰਿਸ਼ਟੀ ਬਦਲ ਸਕਦੀ ਹੈ। ਜਦ ਦ੍ਰਿਸ਼ਟੀ ਨਾਲ ਸ੍ਰਿਸ਼ਟੀ ਬਦਲ ਸਕਦੀ ਹੈ ਤਾਂ ਕਿ ਬ੍ਰਾਹਮਣ ਨਹੀਂ ਬਣ ਸਕਦਾ? ਤੁਹਾਡੀ ਦ੍ਰਿਸ਼ਟੀ ਸਮ੍ਰਿਤੀ ਹਰ ਆਤਮਾ ਨੂੰ ਬਦਲ ਦੇਵੇਗੀ। ਬਾਪ ਦਾਦਾ ਨੂੰ ਕਦੇ ਕਦੇ ਬੱਚਿਆਂ ਤੇ ਹੱਸੀ ਆਉਂਦੀ ਹੈ, ਤੁਹਾਨੂੰ ਵੀ ਆਪਣੇ ਉੱਪਰ ਆਉਂਦੀ ਹੈ। ਇੱਕ ਪਾਸੇ ਕਹਿੰਦੇ ਹੈ ਕਿ ਅਸੀਂ ਵਿਸ਼ਵ ਪਰਿਵਰਤਕ ਹਾਂ, ਵਿਸ਼ਵ ਕਲਿਆਣਕਾਰੀ ਹਾਂ, ਅਤੇ ਫਿਰ ਵਿਸ਼ਵ ਪਰਿਵਰਤਕ ਆ ਕੇ ਕਹਿੰਦੇ ਹੈ ਕਿ ਇਹ ਮੇਰੇ ਤੋਂ ਬਦਲੀ ਨਹੀਂ ਹੁੰਦਾ। ਆਪਣੇ ਪ੍ਰਤੀ ਵੀ ਕਦੇ ਰੂਹ ਰਿਹਾਨ ਵਿੱਚ ਕਹਿੰਦੇ ਹੋ, ਚਾਹੁੰਦੇ ਹਾਂ ਇਵੇਂ ਨਹੀਂ ਕਰੀਏ, ਫਿਰ ਵੀ ਕਰ ਲੈਂਦੇ ਹੈ। ਤਾਂ ਵਿਸ਼ਵ ਪਰਿਵਰਤਕ ਅਤੇ ਖੁਦ ਦੇ ਲਈ ਵੀ ਕਹਿਣ ਕਿ ਮੈਂ ਚਾਹੁੰਦਾ ਹਾਂ ਪਰ ਕਰ ਨਹੀਂ ਪਾਉਂਦਾ ਹਾਂ, ਤਾਂ ਉਸ ਦਾ ਟਾਈਟਲ ਕੀ ਹੋਣਾ ਚਾਹੀਦਾ ਹੈ? ਉਸ ਨੂੰ ਵਿਸ਼ਵ ਪਰਿਵਰਤਕ ਕਹਿਣਾ ਚਾਹੀਦਾ ਜਾਂ ਕਮਜ਼ੋਰ ਕਹਿਣਾ ਚਾਹੀਦਾ? ਗੀਤ ਸੁਣਾਉਂਦੇ ਹੈ ਕਿ ਕੀ ਕਰੀਏ, ਕਿਵੇਂ ਕਰੀਏ, ਪਤਾ ਨਹੀਂ ਕਦੋਂ ਹੋਵੇਗਾ। ਇਹ ਗੀਤ ਬਾਪ ਦਾਦਾ ਤਾਂ ਸੁਣਦੇ ਹੈ ਨਾ। ਜਦ ਵਿਸ਼ਵ ਪਰਿਵਰਤਕ ਹੋ, ਵਿਸ਼ਵ ਕਲਿਆਣਕਾਰੀ ਹੋ, ਤਾਂ ਕਿਸੇ ਆਤਮਾ ਨੂੰ ਨਹੀਂ ਬਦਲ ਸਕਦੇ, ਖੁਦ ਨੂੰ ਨਹੀਂ ਬਦਲ ਸਕਦੇ। ਜੇਕਰ ਖੁਦ ਪਰਿਵਰਤਕ ਵੀ ਨਹੀਂ ਤਾਂ ਵਿਸ਼ਵ ਪਰਿਵਰਤਕ ਕਿਵੇਂ ਹੋਣਗੇ? ਬਾਪ ਦਾਦਾ ਕਹਿੰਦੇ ਹੈ ਇਸ ਵਰੇ ਦੀ ਵਿਸ਼ੇਸ਼ ਦ੍ਰਿੜ ਪ੍ਰਤਿਗਿਆ ਖੁਦ ਨਾ ਕਰੋ। ਪ੍ਰਤਿਗਿਆ ਦਾ ਅਰਥ ਹੀ ਹੈ ਕਿ ਸਰੀਰ ਚਲਾ ਜਾਏ, ਪਰ ਜੋ ਪ੍ਰਤਿਗਿਆ ਕੀਤੀ ਹੈ ਉਹ ਪ੍ਰਤਿਗਿਆ ਨਹੀਂ ਜਾਵੇ। ਤਾਂ ਪ੍ਰਤਿਗਿਆ ਕਰਨ ਦੀ ਇਤਨੀ ਹਿੰਮਤ ਹੈ? ਕਰੋਗੇ? ਡਰੋਗੇ ਤਾਂ ਨਹੀਂ? ਤਾਂ ਇਹ ਵੀ ਪ੍ਰਤਿਗਿਆ ਖੁਦ ਨਾ ਕਰੋ ਕਿ ਕਦੇ ਵੀ ਕਿਸੇ ਦੀ ਕਮਜ਼ੋਰੀ ਜਾਂ ਕਮੀ ਨੂੰ ਨਹੀਂ ਵੇਖਾਂਗੇ, ਕਿਸੇ ਦੀ ਕਮਜ਼ੋਰੀ ਕਮੀ ਨੂੰ ਨਹੀਂ ਸੁਣਾਂਗੇ, ਨਹੀਂ ਬੋਲਾਂਗੇ, ਨਾ ਸੁਣਾਂਗੇ, ਨਾ ਬੋਲਾਂਗੇ, ਨਾ ਵੇਖਾਂਗੇ। ਤਾਂ ਇਹ ਬੜਾ ਕੀ ਹੋ ਜਾਵੇਗਾ? ਇਹ ਬੜਾ ਹੋ ਜਾਵੇਗਾ ਸ਼ੁਭ ਭਾਵਨਾ, ਗੁਣ ਸਵਰੂਪ। ਹਰ ਬਰੇ ਨੂੰ ਆਪਣੇ ਨਾਮ ਦਿੱਤਾ ਹੈ ਨਾ। ਜਦੋਂ ਇਹ ਪ੍ਰਤਿਗਿਆ ਕਰ ਲੈਣਗੇ ਤਾਂ ਇਹ ਬਰਾ ਹੋਇਆ ਸ਼ੁਭ ਭਾਵਨਾ, ਗੁਣ ਸਵਰੂਪ ਬਰਾ ਮਨਜ਼ੂਰ ਹੈ। ਫਿਰ ਉੱਥੇ ਜਾ ਕੇ ਨਾ ਬਦਲ ਜਾਣਾ। ਫਿਰ ਕਹਿਣਗੇ ਮਧੂਬਨ ਵਿੱਚ ਤਾਂ ਵਾਯੂਮੰਡਲ ਚੰਗਾ ਸੀ ਨਾ, ਅਤੇ ਇੱਥੇ ਤਾਂ ਵਾਯੂਮੰਡਲ ਦਾ ਸੰਗ ਹੈ ਨਾ।
ਪਰਿਵਰਤਕ ਕਿਸੇ ਦੇ ਸੰਗ ਵਿੱਚ ਨਹੀਂ ਆਉਂਦੇ, ਕਿਸੇ ਦੇ ਪ੍ਰਭਾਵ ਵਿੱਚ ਨਹੀਂ ਆਉਂਦੇ। ਜੇਕਰ ਪਰਿਵਰਤਕ ਹੀ ਪ੍ਰਭਾਵ ਵਿੱਚ ਆ ਜਾਵੇਗਾ ਤਾਂ ਪਰਿਵਰਤਨ ਕੀ ਕਰਨਗੇ। ਇਸ ਲਈ ਇਸ ਬਰੇ ਨੂੰ ਗੁਣ ਮੂਰਤ ਸ਼ੁਭ ਭਾਵਨਾ ਬਰੇ ਦੇ ਰੂਪ ਵਿੱਚ ਮਨਾਓ। ਕਿਸੇ ਦੀ ਅਸ਼ੁਭ ਗੱਲ ਨੂੰ ਵੀ ਤੁਸੀਂ ਆਪਣੇ ਕੋਲ ਸ਼ੁਭ ਕਰਕੇ ਉਠਾਓ। ਅਸ਼ੁਭ ਵੇਖਦੇ ਹੋਏ ਵੀ ਤੁਸੀਂ ਉਸ ਸ਼ੁਭ ਦ੍ਰਿਸ਼ਟੀ ਨਾਲ ਵੇਖੋ। ਜਦ ਪ੍ਰਕਿਰਤੀ ਨੂੰ ਬਦਲ ਸਕਦੇ ਹੋ ਤਾਂ ਮਨੁੱਖ ਆਤਮਾ ਨੂੰ ਨਹੀਂ ਬਦਲ ਸਕਦੇ ਹੋ, ਅਤੇ ਉਸ ਵਿੱਚ ਬ੍ਰਾਹਮਣ ਆਤਮਾਵਾਂ ਹੈ, ਉਹਨਾਂ ਨੂੰ ਨਹੀਂ ਬਦਲ ਸਕਦੇ ਹੋ। ਜਦ ਸਭ ਦੇ ਪ੍ਰਤੀ ਸ਼ੁਭ ਭਾਵਨਾ ਹੋਵੇਗੀ ਤਾਂ ਕਾਰਨ ਸ਼ਬਦ ਸਮਾਪਤ ਹੋ ਕੇ ਨਿਵਾਰਨ ਸ਼ਬਦ ਹੀ ਵਿਖਾਈ ਦੇਵੇਗਾ। ਇਸ ਕਾਰਨ ਨਾਲ ਇਹ ਹੋਇਆ, ਇਸ ਕਾਰਨ ਨਾਲ ਇਹ ਹੋਇਆ ਨਹੀਂ। ਕਾਰਨ ਨੂੰ ਨਿਵਾਰਨ ਵਿੱਚ ਪਰਿਵਰਤਨ ਕਰੋ, ਹਿੰਮਤ ਹੈ। ਅੱਛਾ, ਬਾਪ ਦਾਦਾ ਜਦੋਂ ਟੀਵੀ ਖੋਲ੍ਹਦੇ ਹੈ ਤਾਂ ਬਹੁਤ ਮਜ਼ਾ ਆਉਂਦਾ ਹੈ। ਇਹ ਕਲਯੁਗੀ ਟੀਵੀ ਨਹੀਂ ਵੇਖਦੇ, ਬ੍ਰਾਹਮਣਾਂ ਦੀ ਟੀਵੀ ਵੇਖਦੇ ਹੈ। ਇਵੇਂ ਨਹੀਂ ਤੁਸੀਂ ਲੋਕ ਉਹ ਟੀਵੀ ਖੋਲ੍ਹ ਲਵੋ, ਇਵੇਂ ਨਹੀਂ ਕਰਨਾ। ਤਾਂ ਜਦੋਂ ਬੱਚਿਆਂ ਦਾ ਖੇਲ ਵੇਖਦੇ ਹੈ ਤਾਂ ਬਹੁਤ ਮਜ਼ਾ ਆਉਂਦਾ ਹੈ। ਮਿੱਕੀ ਮਾਊਸ ਦਾ ਖੇਲ ਤਾਂ ਕਰਦੇ ਹੈ ਨਾ, ਥੋੜ੍ਹੇ ਟਾਈਮ ਦੇ ਲਈ ਕੋਈ ਸ਼ੇਰ ਬਣ ਜਾਂਦਾ ਹੈ, ਕੋਈ ਕੁੱਤਾ ਬਣ ਜਾਂਦਾ ਹੈ। ਜਿਸ ਵੇਲੇ ਕ੍ਰੋਧ ਕਰਦੇ ਹੋ ਉਸ ਵੇਲੇ ਕੀ ਹੋ, ਜਿਸ ਵੇਲੇ ਕਿਸੇ ਨਾਲ ਡਿਸਕਸ ਕਰਦੇ ਹੋ ਉਸ ਦੇ ਉੱਪਰ ਬਾਹਰ ਕਰਦੇ ਜਾਂਦੇ ਹੋ, ਸਿੱਧ ਕਰਦੇ ਜਾਂਦੇ ਹੋ, ਤਾਂ ਉਸ ਵੇਲੇ ਕੀ ਹੋ, ਮਿੱਕੀ ਮਾਊਸ ਹੀ ਬਣ ਜਾਂਦੇ ਹੋ ਨਾ। ਤਾਂ ਇਸ ਬਾਰੇ ਮਿੱਕੀ ਮਾਊਸ ਨਹੀਂ ਬਣਨਾ, ਫਰਿਸ਼ਤਾ ਬਣਨਾ ਹੈ। ਮਿੱਕੀ ਮਾਊਸ ਦਾ ਖੇਲ ਬਹੁਤ ਕੀਤਾ ਤਾਂ ਇਹ ਵਰਾ ਅਜਿਹਾ ਸ਼ਕਤੀਸ਼ਾਲੀ ਵਰਾ ਮਨਾਉਣ, ਕਿਉਂਕਿ ਸਮੇਂ ਦਾ ਸਮੀਪ ਆਉਣਾ ਵੀ ਹੈ ਅਤੇ ਲਿਆਉਣਾ ਵੀ ਹੈ। ਡਰਾਮਾ ਅਨੁਸਾਰ ਆਉਣ ਤੇ ਹੈ ਹੀ, ਲੇਕਿਨ ਲਿਆਉਣ ਵਾਲੇ ਕੌਣ ਹੈ? ਤੁਸੀਂ ਹੀ ਹੋ ਨਾ। ਦੂਜੀ ਵਿਸ਼ੇਸ਼ਤਾ, ਇਸ ਵਰੇ ਵਿੱਚ ਕੀ ਕਰੋਗੇ? ਨਵੇਂ ਵਰੇ ਵਿੱਚ ਇੱਕ ਤਾਂ ਵਧਾਈ ਦਿੰਦੇ ਹੈ ਅਤੇ ਦੂਜਾ ਗਿਫਟ ਦਿੰਦੇ ਹੈ। ਤਾਂ ਉਸ ਨਵੇਂ ਵਰੇ ਵਿੱਚ ਸਦਾ ਹਰ ਇੱਕ ਨੂੰ ਜੋ ਵੀ ਜਦੋਂ ਵੀ ਸੰਬੰਧ ਸੰਪਰਕ ਵਿੱਚ ਆਵੇ, ਭਾਵੇਂ ਬ੍ਰਾਹਮਣ ਪਰਿਵਾਰ ਭਾਵੇਂ ਹੋਰ ਆਤਮਾ ਨਾਲ ਹੋਣ, ਉਹਨਾਂ ਸਭ ਨੂੰ ਇੱਕ ਤਾਂ ਮਧੁਰ ਬੋਲ ਦੀ ਗਿਫਟ ਦੇਵੋ, ਸਨੇਹ ਦੇ ਬੋਲ ਦੀ ਸੌਗਾਤ ਦੇਵੋ, ਅਤੇ ਦੂਸਰਾ ਸਦਾ ਕੋਈ ਨਾ ਕੋਈ ਗੁਣ ਦੀ ਸ਼ਕਤੀ ਦੀ ਸੌਗਾਤ ਦੇਵੋ। ਉਹ ਸੌਗਾਤ ਸੈਕਿੰਡ ਵਿੱਚ ਵੀ ਦੇ ਸਕਦੇ ਹੋ। ਇਵੇਂ ਨਹੀਂ ਕਹਿ ਸਕਦੇ ਹੋ ਕਿ ਟਾਈਮ ਨਹੀਂ ਮਿਲਿਆ, ਨਾ ਲੈਣ ਵਾਲੇ ਨੂੰ ਟਾਈਮ ਸੀ ਨਾ ਦੇਣ ਵਾਲੇ ਨੂੰ ਟਾਈਮ ਸੀ। ਲੇਕਿਨ ਜੇਕਰ ਆਪਣੀ ਸ੍ਰੇਸ਼ਟ ਭਾਵਨਾ, ਸ੍ਰੇਸ਼ਟ ਕਾਮਨਾ ਦੀ ਬ੍ਰਿਤੀ ਹੈ ਤਾਂ ਸੈਕਿੰਡ ਦੇ ਸੰਕਲਪ ਨਾਲ, ਦ੍ਰਿਸ਼ਟੀ ਨਾਲ, ਆਪਣੇ ਦਿਲ ਦੀ ਮੁਸਕਰਾਹਟ ਨਾਲ ਸੈਕਿੰਡ ਵਿੱਚ ਵੀ ਕਿਸੇ ਨੂੰ ਬਹੁਤ ਕੁਝ ਦੇ ਸਕਦੇ ਹੋ। ਜੋ ਵੀ ਆਵੇ ਉਸ ਨੂੰ ਗਿਫਟ ਦੇਣੀ ਹੈ, ਖਾਲੀ ਹੱਥ ਨਹੀਂ ਜਾਵੇ। ਤਾਂ ਇਤਨੀ ਗਿਫਟ ਤੁਹਾਡੇ ਕੋਲ ਹੈ ਕਿ 2 ਦਿਨ ਦੇਵੋਗੇ ਤਾਂ ਖਤਮ ਹੋ ਜਾਏਗੀ। ਸਭ ਦਾ ਸਟਾਕ ਭਰਪੂਰ ਹੈ ਜਾਂ ਕਿਸੇ ਦਾ ਸਟਾਕ ਥੋੜਾ ਘੱਟ ਹੋ ਗਿਆ ਹੈ। ਜਿਸ ਦੇ ਕੋਲ ਘੱਟ ਹੈ ਉਹ ਹੱਥ ਉਠਾਣ, ਭਰ ਦੇਵਾਂਗੇ। ਜਿਸ ਦੇ ਕੋਲ ਘੱਟ ਹੋਵੇ ਉਹ ਚਿੱਠੀ ਲਿਖ ਕੇ ਜਨਕ ਮਾਨਾ ਦਾਦੀ ਜਾਨਕੀ ਨੂੰ ਦੇਣਾ, ਉਹ ਕਲਾਸ ਕਰਵਾ ਲਵੇਗੀ। ਕਮੀ ਤਾਂ ਨਹੀਂ ਰਹਿਣੀ ਚਾਹੀਦੀ ਹੈ ਨਾ। ਦਾਤਾ ਦੇ ਬੱਚੇ ਅਤੇ ਕਮੀ ਹੋਵੇ ਤਾਂ ਚੰਗਾ ਨਹੀਂ ਹੈ ਨਾ। ਇਸ ਲਈ ਭਰਪੂਰ ਹੋ ਕੇ ਜਾਣਾ, ਕਮੀ ਨੂੰ ਲੈ ਕੇ ਨਹੀਂ ਜਾਣਾ। ਬਰੇ ਦੇ ਨਾਲ ਕਮੀਆਂ ਨੂੰ ਵੀ ਵਿਦਾਈ ਦੇ ਕੇ ਜਾਣਾ। ਇਵੇਂ ਨਹੀਂ ਕਿ ਕੱਲ ਇੱਕ ਦਿਨ ਹੀ ਗਿਫਟ ਦੇਣਾ ਹੈ, ਨਹੀਂ, ਸਾਰਾ ਬਰੇ ਸਭ ਨੂੰ ਗਿਫਟ ਵੰਡਦੇ ਜਾਓ। ਬਿਨਾਂ ਗਿਫਟ ਤੇ ਕੋਈ ਨਹੀਂ ਜਾਵੇ ਤਾਂ ਕਿੰਨਾ ਚੰਗਾ ਲੱਗੇਗਾ। ਜੇਕਰ ਕੋਈ ਆਉਂਦਾ ਹੈ ਉਸ ਨੂੰ ਛੋਟੀ ਜਿਹੀ ਪਿਆਰ ਨਾਲ ਗਿਫਟ ਦੇ ਦਿਓ ਤਾਂ ਕਿੰਨਾ ਖੁਸ਼ ਹੁੰਦਾ ਹੈ। ਚੀਜ਼ ਨੂੰ ਨਹੀਂ ਵੇਖਦੇ ਹੈ, ਲੇਕਿਨ ਗਿਫਟ ਮਤਲਬ ਸਨੇਹ ਦੇ ਸਵਰੂਪ ਨੂੰ ਵੇਖਦੇ ਹੈ। ਗਿਫਟ ਨਾਲ ਕੋਈ ਮਾਲਾਮਾਲ ਨਹੀਂ ਹੋ ਜਾਂਦਾ ਹੈ, ਲੇਕਿਨ ਸਨੇਹ ਨਾਲ ਮਾਲਾਮਾਲ ਹੋ ਜਾਂਦੇ ਹੈ। ਤਾਂ ਸਨੇਹ ਦੇਣਾ ਅਤੇ ਸਨੇਹ ਲੈਣਾ, ਜੇਕਰ ਤੁਹਾਨੂੰ ਕੋਈ ਸਨੇਹ ਨਾ ਵੀ ਦੇਵੇ ਤਾਂ ਵੀ ਤੁਸੀਂ ਉਹਨਾਂ ਤੋਂ ਲੈਣਾ ਆਵੇਗਾ ਕਿ ਸ਼ਰਮ ਕਰੋਗੇ ਕਿਵੇਂ ਲਈਏ। ਇਸ ਨੂੰ ਲੈਣ ਵਿੱਚ ਕੋਈ ਹਰਜਾ ਨਹੀਂ ਹੈ। ਉਹ ਤੁਹਾਡੇ ਤੇ ਕ੍ਰੋਧ ਕਰੇ, ਤੁਸੀਂ ਸਨੇਹ ਦੇ ਰੂਪ ਵਿੱਚ ਲੈ ਲੈਣਾ। ਤੁਸੀਂ ਵਿਸ਼ਵ ਪਰਿਵਰਤਕ ਹੋ ਨਾ, ਤਾਂ ਵਿਸ਼ਵ ਪਰਿਵਰਤਕ ਕਿਸੇ ਦੇ ਨੈਗੇਟਿਵ ਨੂੰ ਪੋਜ਼ਿਟਿਵ ਵਿੱਚ ਨਹੀਂ ਬਦਲ ਸਕਦਾ। ਤਾਂ ਇਹ ਵਰਾ ਸਦਾ ਸਨੇਹ ਦੇਣਾ ਅਤੇ ਸਨੇਹ ਲੈਣਾ। ਇਵੇਂ ਨਹੀਂ ਕਹਿਣਾ ਕਿਸੇ ਨੇ ਦਿੱਤਾ ਹੀ ਨਹੀਂ, ਕੀ ਕਰਾਂ, ਉਹ ਦੇਵੇ ਜਾਂ ਨਾ ਦੇਵੇ।
ਤੁਸੀਂ ਲੈ ਲਵੋ, ਕੁਛ ਦੇ ਦੇਵੇਗਾ ਨਾ, ਨੈਗੇਟਿਵ ਦੇਵੇ ਜਾਂ ਪੋਜ਼ਿਟਿਵ ਦੇਵੇ, ਕੁਛ ਤਾਂ ਦਵੇਗਾ ਨਾ, ਲੇਕਿਨ ਹੈ ਵਿਸ਼ਵ ਪਰਿਵਰਤਕ। ਤੁਸੀਂ ਨੈਗੇਟਿਵ ਨੂੰ ਪੋਜ਼ਿਟਿਵ ਵਿੱਚ ਪਰਿਵਰਤਨ ਕਰ ਲੈਣਾ। ਸਮਝਾ ਇਸ ਵਰੇ ਦੀ ਕੀ ਕਰਨਾ ਹੈ। ਅੱਛਾ, ਡਬਲ ਵਿਦੇਸ਼ੀ ਕੀ ਕਰੋਗੇ? ਗਿਫਟ ਦਵੋਗੇ? ਦਾਤਾ ਬਣ ਗਏ ਹੋ, ਵਾਹ, ਦਾਤਾਪਨ ਦੀ ਮੁਬਾਰਕ ਹੋਵੇ। ਬਾਪ ਦਾਦਾ ਰੋਜ਼ ਬੱਚਿਆਂ ਦੀ ਇੱਕ ਗੱਲ ਵੇਖਦੇ ਹੈ, ਕਿਹੜੀ? ਕਿ ਇਹ ਮੈਂ ਅਤੇ ਮੇਰਾ ਇਹ ਪਰੇਸ਼ਾਨ ਕਰ ਦਿੰਦਾ ਹੈ। ਕਦੇ ਮੇਰਾ ਆ ਜਾਂਦਾ ਹੈ, ਕਦੇ ਮੈਂ ਆ ਜਾਂਦਾ ਹੈ, ਜੋ ਜੋਗ ਵਿੱਚ ਵੀ ਪਰੇਸ਼ਾਨ ਕਰਦਾ ਹੈ। ਤਾਂ ਜਦੋਂ ਵਰਾ ਪਰਿਵਰਤਨ ਹੋ ਰਿਹਾ ਹੈ ਤਾਂ ਇਸ ਮੈਂ ਅਤੇ ਮੇਰੇ ਨੂੰ ਵੀ ਪਰਿਵਰਤਨ ਕਰੋ। ਸ਼ਬਦ ਭਾਵੇਂ ਮੈਂ ਬੋਲੋ, ਲੇਕਿਨ ਮੈਂ ਕੌਣ? ਓਰੀਜਨਲ ਮੈਂ ਕਿਸ ਨੂੰ ਕਹਿੰਦੇ ਹੈ? ਸਰੀਰ ਨੂੰ ਜਾਂ ਆਤਮਾ ਨੂੰ? ਮੈਂ ਆਤਮਾ ਹਾਂ। ਤਾਂ ਜਦੋਂ ਵੀ ਮੈਂ ਸ਼ਬਦ ਯੂਜ਼ ਕਰਦੇ ਹੋ ਤਾਂ ਕਿਵੇਂ ਨਹੀਂ? ਮੈਂ ਸ਼ਬਦ ਦਾ ਓਰੀਜਨਲ ਸਵਰੂਪ, ਓਰੀਜਨਲ ਅਰਥ ਸਮ੍ਰਿਤੀ ਵਿੱਚ ਰੱਖਦੇ ਹੋ। ਅਤੇ ਸਾਰੇ ਦਿਨ ਵਿੱਚ ਕਿੰਨੀ ਵਾਰ ਮੈਂ ਸ਼ਬਦ ਯੂਜ਼ ਕਰਦੇ ਹੋ? ਕਰਨਾ ਹੀ ਪੈਂਦਾ ਹੈ ਨਾ। ਮੇਰਾ ਵੀ ਕਈ ਵਾਰ ਯੂਜ਼ ਕਰਦੇ ਹੈ ਅਤੇ ਮੈਂ ਵੀ ਕਈ ਵਾਰ ਯੂਜ਼ ਕਰਦੇ ਹੈ। ਤਾਂ ਜਿੰਨੀ ਵਾਰ ਮੈਂ ਸ਼ਬਦ ਯੂਜ਼ ਕਰਦੇ ਹੋ, ਉਨੀ ਵਾਰ ਜੇਕਰ ਅਸਲ ਅਰਥ ਨਾਲ ਮੈਂ ਸਮ੍ਰਿਤੀ ਵਿੱਚ ਲਿਆਓ ਤਾਂ ਮੈਂ ਧੋਖਾ ਦੇਵੇਂਗਾ ਜਾਂ ਉਡਾਏਗਾ। ਤਾਂ ਜਦੋਂ ਵੀ ਮੈਂ ਸ਼ਬਦ ਯੂਜ਼ ਕਰਦੇ ਹੋ, ਉਸ ਵੇਲੇ ਇਹੀ ਸੋਚੋ, ਮੈਂ ਆਤਮਾ ਹਾਂ, ਕਿਉਂਕਿ ਮੈਂ ਅਤੇ ਮੇਰਾ ਸ਼ਬਦ ਤੇ ਬਿਨਾਂ ਰਹਿ ਵੀ ਨਹੀਂ ਸਕਦੇ ਹੋ। ਬੋਲਣਾ ਹੀ ਪੈਂਦਾ ਹੈ ਅਤੇ ਆਦਤ ਵੀ ਹੈ। ਮੈਂ ਮੇਰੇ ਦੇ ਪੱਕੇ ਸੰਸਕਾਰ ਹੋ ਗਏ ਹੈ। ਤਾਂ ਜਿਸ ਵੇਲੇ ਮੈਂ ਸ਼ਬਦ ਯੂਜ਼ ਕਰਦੇ ਹੋ, ਉਸ ਵੇਲੇ ਇਹ ਵੀ ਸੋਚੋ ਕਿ ਮੈਂ ਕੌਣ? ਮੈਂ ਸਰੀਰ ਤੇ ਹਾਂ ਹੀ ਨਹੀਂ ਨਾ। ਸਾਡੀ ਬੋਡੀ ਕੌਨਸ਼ੀਅਸ ਤਾਂ ਆਵੇ ਜਦ ਮੈਂ ਸਰੀਰ ਹਾਂ। ਸਰੀਰ ਤਾਂ ਮੇਰਾ ਕਹਿੰਦਾ ਹੈ ਨਾ ਕਿ ਮੈਂ ਸਰੀਰ ਕਹਿੰਦਾ ਹਾਂ। ਕਦੇ ਗਲਤੀ ਨਾਲ ਕਹਿੰਦੇ ਹਾਂ ਕਿ ਮੈਂ ਸਰੀਰ ਹਾਂ। ਗਲਤੀ ਨਾਲ ਵੀ ਨਹੀਂ ਕਹੋਗੇ ਨਾ ਕਿ ਮੈਂ ਸਰੀਰ ਹਾਂ। ਤਾਂ ਮੈਂ ਸ਼ਬਦ ਹੋਰ ਹੀ ਸਮ੍ਰਿਤੀ ਵਿੱਚ ਸਮਰਥ ਦਿਵਾਉਣ ਵਾਲਾ ਸ਼ਬਦ ਹੈ, ਡਿਗਾਉਣ ਵਾਲਾ ਨਹੀਂ ਹੈ। ਤਾਂ ਪਰਿਵਰਤਨ ਕਰੋ, ਵਿਸ਼ਵ ਪਰਿਵਰਤਨ ਪੱਕੇ ਹੋ ਨਾ। ਵੇਖਣਾ, ਕੱਚੇ ਨਹੀਂ ਬਣਨਾ। ਤਾਂ ਮੈਂ ਸ਼ਬਦ ਨੂੰ ਵੀ ਅਰਥ ਨਾਲ ਪਰਿਵਰਤਨ ਕਰੋ। ਜਦੋਂ ਵੀ ਮੈਂ ਸ਼ਬਦ ਬੋਲੋ ਤਾਂ ਉਸ ਸਵਰੂਪ ਵਿੱਚ ਟਿਕ ਜਾਵੋ। ਅਤੇ ਜਦੋਂ ਮੇਰਾ ਸ਼ਬਦ ਯੂਜ਼ ਕਰਦੇ ਹੋ ਤਾਂ ਸਭ ਤੋਂ ਪਹਿਲੇ ਮੇਰਾ ਕੌਣ? ਸਾਰੇ ਦਿਨ ਵਿੱਚ ਮੇਰਾ ਤਾਂ ਬਹੁਤ ਬਣਾਉਂਦੇ ਹੈ। ਮੇਰਾ ਸੁਭਾਵ, ਮੇਰਾ ਸੰਸਕਾਰ, ਮੇਰੀ ਇਹ ਚੀਜ਼, ਮੇਰਾ ਪਰਿਵਾਰ, ਮੇਰਾ ਸੈਂਟਰ, ਮੇਰਾ ਜਗਿਆਸੂ, ਮੇਰੀ ਸੇਵਾ ਇਸਨੇ ਕਿਉਂ ਕੀਤੀ? ਇਹ ਕਹਿੰਦੇ ਹੋ ਨਾ, ਖੇਲ ਤੇ ਕਰਦੇ ਹੋ ਨਾ। ਤਾਂ ਜਦੋਂ ਮੇਰਾ ਸ਼ਬਦ ਬੋਲਦੇ ਹੋ ਤਾਂ ਮੇਰਾ ਕਹਿਣ ਤੋਂ ਪਹਿਲੇ ਇਹ ਯਾਦ ਕਰੋ ਕਿ ਮੇਰਾ ਕੌਣ? ਪਹਿਲੇ ਮੇਰਾ ਬਾਬਾ ਯਾਦ ਕਰੋ, ਫਿਰ ਮੇਰਾ ਹੋਰ ਯਾਦ ਕਰੋ। ਤਾਂ ਜਿੱਥੇ ਬਾਪ ਹੋਵੇਗਾ ਉੱਥੇ ਦੇ ਅਭਿਮਾਨ ਜਾਂ ਗਿਰਾਵਟ ਨਹੀਂ ਆਵੇਗੀ। ਤਾਂ ਮੈਂ ਅਤੇ ਮੇਰਾ, ਇਹਨਾਂ ਦੋਵਾਂ ਸ਼ਬਦਾਂ ਨੂੰ ਉਸ ਬ੍ਰਿਤੀ ਨਾਲ, ਉਸ ਦ੍ਰਿਸ਼ਟੀ ਨਾਲ, ਉਸ ਅਰਥ ਨਾਲ ਦੇਖੋ ਅਤੇ ਬੋਲੋ। ਮੇਰਾ ਸ਼ਬਦ ਮੈਨੂੰ ਮੂੰਹ ਤੋਂ ਨਿਕਲੇ ਅਤੇ ਪਹਿਲੇ ਮੇਰਾ ਬਾਬਾ ਯਾਦ ਆਏ ਤਾਂ ਨਿਰੰਤਰ ਜੋਗੀ ਤਾਂ ਹੋ ਜਾਓਗੇ ਨਾ। ਕਿਉਂਕਿ ਹਰ ਘੰਟੇ ਵਿੱਚ ਮੇਰਾ ਅਤੇ ਮੈਂ ਸ਼ਬਦ ਯੂਜ਼ ਕਰਦੇ ਹੋ। ਕਾਰੋਬਾਰ ਵਿੱਚ ਵੀ ਕਰਨਾ ਪੈਂਦਾ ਹੈ ਨਾ। ਤਾਂ ਜਿੰਨੇ ਵਾਰ ਇਹ ਰਿਪੀਟ ਕਰੋ, ਮੁੱਖ ਤੋਂ ਬੋਲੋ ਅਤੇ ਮਨ ਨਾਲ ਸੋਚੋ, ਮੈਂ ਜਾਂ ਮੇਰਾ, ਤਾਂ ਅਰਥ ਦਾ ਪਰਿਵਰਤਨ ਕਰੋ। ਹੱਦ ਤੋਂ ਬੇਹੱਦ ਵਿੱਚ ਜਾਣਾ ਹੈ ਨਾ। ਜਦੋਂ ਬੇਹੱਦ ਸ੍ਰਿਸ਼ਟੀ ਦੀ ਪਰਿਵਰਤਕ ਆਤਮਾਵਾਂ ਹੈ ਤਾਂ ਹੱਦ ਵਿੱਚ ਕਿਉਂ ਜਾਂਦੇ ਹੋ? ਸਿਰਫ ਭਾਰਤ ਪਰਿਵਰਤਕ ਤਾਂ ਨਹੀਂ ਹੋਣਾ, ਜਾਂ ਡਬਲ ਵਿਦੇਸ਼ੀ ਸਿਰਫ ਫੋਰਨਰਸ ਪਰਿਵਰਤਕ ਤਾਂ ਨਹੀਂ ਹੋਣਾ। ਵਿਸ਼ਵ ਪਰਿਵਰਤਕ ਹੋ। ਵਿਸ਼ਵ ਮਤਲਬ ਬੇਹੱਦ, ਵਿਸ਼ਵ ਪਰਿਵਰਤਕ ਹੈ, ਇਹ ਪੱਕਾ ਯਾਦ ਹੈ ਨਾ। ਤਾਂ ਆਟੋਮੈਟਿਕਲ ਨਿਰੰਤਰ ਯੋਗੀ, ਸਹਿਯੋਗੀ ਬਣ ਜਾਓਗੇ। ਮਿਹਨਤ ਨਹੀਂ ਕਰਨੀ ਪਏਗੀ ਕਿਉਂਕਿ ਭਾਵ ਅਤੇ ਭਾਵਨਾ ਬਦਲ ਜਾਏਗੀ। ਅੱਛਾ, ਚਾਰੋਂ ਪਾਸੇ ਦੇ ਨਵਯੁੱਗ ਦੇ ਰਾਜ ਅਧਿਕਾਰੀ ਸ੍ਰੇਸ਼ਟ ਆਤਮਾ ਨੂੰ ਸਦਾ ਖੁਦ ਨੂੰ ਪਰਿਵਰਤਨ ਅਤੇ ਵਿਸ਼ਵ ਪਰਿਵਰਤਕ ਦੇ ਨਿਮਿਤ ਵਿਸ਼ੇਸ਼ ਆਤਮਾਵਾਂ ਨੂੰ ਸਦਾ ਪੁਰਸ਼ਾਰਥ ਵਿੱਚ ਨਵੀਨਤਾ, ਸ੍ਰੇਸ਼ਟਤਾ ਲਿਆਉਣ ਵਾਲੇ
ਸਰਵ ਸਨੇਹੀ ਆਤਮਾਵਾਂ ਨੂੰ ਸਦਾ ਬਾਪ ਦਾ ਨਾਮ ਪ੍ਰਤੱਖ ਕਰਨੇ ਵਾਲੇ ਸਵਰੂਪ ਆਤਮਾਵਾਂ ਨੂੰ ਸਦਾ ਮੇਰਾ ਅਤੇ ਮੈਂ ਨੂੰ ਅਸਲ ਭਾਵ ਅਤੇ ਅਰਥ ਵਿੱਚ ਲਿਆਉਣ ਵਾਲੇ ਸਹਿਯੋਗੀ ਆਤਮਾਵਾਂ ਨੂੰ ਬਾਪ ਦਾਦਾ ਦਾ ਯਾਦ ਪਿਆਰ ਅਤੇ ਨਮਸਤੇ। ਵਰਦਾਨ ਹੈ ਜਿਹਦਾ ਅੱਗੇ ਪਿੱਛੇ ਸੋਚ ਸਮਝ ਕੇ ਹਰ ਕੰਮ ਕਰਨ ਵਾਲੇ ਗਿਆਨੀ ਤੂੰ ਆਤਮਾ ਤ੍ਰਿਕਾਲਦਰਸ਼ੀ ਭਵ। ਅੱਗੇ ਪਿੱਛੇ ਸੋਚ ਸਮਝ ਕੇ ਹਰ ਕੰਮ ਕਰਨ ਵਾਲੇ ਗਿਆਨੀ ਤੂੰ ਆਤਮਾ ਤ੍ਰਿਕਾਲਦਰਸ਼ੀ ਭਵ। ਅੱਜ ਬਾਬਾ ਆਖਦੇ ਨੇ ਜੋ ਬੱਚੇ ਤ੍ਰਿਕਾਲਦਰਸ਼ੀ ਮਤਲਬ ਤਿੰਨਾਂ ਕਾਲਾਂ ਦਾ ਗਿਆਨ ਬੁੱਧੀ ਵਿੱਚ ਰੱਖ ਅੱਗੇ ਪਿੱਛੇ ਸੋਚ ਸਮਝ ਕੇ ਕਰਮ ਕਰਦੇ ਹੈ ਉਹਨਾਂ ਨੂੰ ਹਰ ਕਰਮ ਵਿੱਚ ਸਫਲਤਾ ਮਿਲਦੀ ਹੈ। ਇਵੇਂ ਨਹੀਂ ਬਹੁਤ ਬਿਜ਼ੀ ਸੀ ਇਸ ਲਈ ਜੋ ਕੰਮ ਸਾਹਮਣੇ ਆਇਆ ਉਹ ਕਰਨਾ ਸ਼ੁਰੂ ਕਰ ਦਿੱਤਾ ਨਹੀਂ। ਕੋਈ ਵੀ ਕਰਮ ਕਰਨ ਤੋਂ ਪਹਿਲੇ ਇਹ ਆਦਤ ਪੈ ਜਾਏ ਕਿ ਪਹਿਲੇ तीनों काल सोचना है। त्रिकालदर्शी स्थिति विच स्थित होके कर्म करो ਤਾਂ ਕੋਈ ਵੀ ਕੰਮ ਵਿਅਰਥ ਅਤੇ ਸਧਾਰਨ ਨਹੀਂ ਹੋਵੇਗਾ। ਸਲੋਗਨ ਅੱਜ ਦਾ ਆਪਣੇ ਸੰਤੁਸ਼ਟ ਅਤੇ ਖੁਸ਼ਨਵਾ ਜੀਵਨ ਨਾਲ ਸੇਵਾ ਕਰੋ ਤਾਂ ਕਹਾਂਗੇ ਸੱਚੇ ਸੇਵਾਧਾਰੀ। ਆਪਣੇ ਸੰਤੁਸ਼ਟ ਅਤੇ ਖੁਸ਼ਨਵਾ ਜੀਵਨ ਨਾਲ ਸੇਵਾ ਕਰੋ ਤਾਂ ਕਹਾਂਗੇ ਸੱਚੇ ਸੇਵਾਧਾਰੀ। ਚੰਗਾ। ਓਮ ਸ਼ਾਂਤੀ।